ਤੇ ਡਾਂਗਾ ਨਾਲ ਕੁੱਟਦੇ ਰਹਿੰਦੇ ਨੇ 5 ਵਜੇ ਤੱਕ, ਅੰਦਰ ਬੰਦੀ ਬਣਾ ਕੇ ਰੱਖਦੇ ਨੇ। 3 ਵਾਰ ਕੁੱਟਿਆ ਗਿਆ। ਮੇਰਾ ਸ੍ਰੀ ਸਾਹਿਬ ਉਤਾਰ ਕੇ ਬਾਹਾਂ ਪਿੱਛੇ ਬੰਨ੍ਹ ਲਈਆਂ, ਮੇਰੀਆਂ ਲੱਤਾਂ ਫੜ ਕੇ ਤਾਂ ਨੂੰ ਕਰ ਲਈਆਂ ਜਿਵੇਂ ਸੀਏ ਸਟਾਫ ਹੋਵੇ। ਤੇ ਡਾਂਗਾਂ ਦਾ ਤੇ ਪਤਾ ਹੀ ਨਹੀਂ ਸੀ ਕਿੱਧਰੋਂ ਕਿਹਦੀ ਆਉਂਦੀ, ਢਿੱਡ 'ਚ ਲੱਤਾਂ, ਜਿਹੜਾ ਕੋਈ ਆਉਂਦਾ ਸੀ ਘਸੁੰਨ ਮਾਰੋ, ਆਹ ਕਰੋ। ਤੇ ਗਾਲਾਂ ਮਾਵਾਂ ਦੀਆਂ ਭੈਣਾਂ ਦੀਆਂ ਗੰਦੀਆਂ ਗਾਲਾਂ, ਲੈਟਰਿੰਗ ਤੇਰੀ ਕੱਢਾਂਗੇ, ਤੇਰਾ ਬਾਥਰੂਮ ਕੱਢਾਂਗੇ, ਤੈਨੂੰ ਮੁੜ ਕੇ ਦਰਬਾਰ ਸਾਹਿਬ ਵੜਨ ਜੋਗਾ ਨਹੀਂ ਛੱਡਾਂਗੇ, ਵੜਾਂਗਾ। ਪੱਗਾਂ ਉਤਾਰੀਆਂ ਗਈਆਂ, ਜਿਸ ਤਰੀਕੇ ਨਾਲ ਦਾੜੀਆਂ ਪੱਟੀਆਂ ਗਈਆਂ, ਜਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ ਹੈ, ਜਿਸ ਤਰੀਕੇ ਨਾਲ ਮੀਡੀਆ ਕਰਮੀ ਜਿਹੜੇ ਸੀਗੇ ਉਹਨਾਂ ਦੇ ਨਾਲ ਬਦਸਲੂਕੀ ਹੋਈ ਹੈ, ਤਾਂ ਇਸ ਨੇ ਤਾਂ ਬਹੁਤ ਵੱਡੇ ਪੱਧਰ ਤੇ ਸਵਾਲ ਖੜੇ ਕਰਤੇ ਕਿ ਉਹ ਟਾਸਕ ਫੋਰਸ ਦਾ ਕੰਮ ਇਹ ਸੀਗਾ ਕਿ ਇਸ ਤਰੀਕੇ ਨਾਲ ਬੰਦਿਆਂ ਨੂੰ ਕੁੱਟਿਆ ਜਾਵੇ ਉੱਥੇ। ਉਹ ਚੋਰਾਂ ਨਾਲ ਕੁੱਤੀ ਰਲਣ ਵਾਲਾ ਪੂਰਾ ਕੰਮ ਕਰ ਰਹੇ ਆ। ਉਹਨਾਂ ਨੇ ਤੁਹਾਡਾ ਸ਼ੁਭਕਰਮ ਤੇ ਕਬੂ ਨਾ ਟਰੂਨ ਦਾ ਜਿਹੜਾ ਮਜ਼ਾਕ ਉਡਾਤਾ, ਕਿਉਂਕਿ ਸੀਆਈਡੀ, ਸਿਵਲ ਸੀਆਈਡੀ ਪੁਲਿਸ ਸਾਡੇ ਕੋਲ ਉੱਥੇ ਬੈਠੀ ਹੋਈ ਆ। 11 ਵਜੇ ਤੋਂ ਮੈਨੂੰ ਖਿੱਚ ਕੇ ਲੈ ਜਾਂਦੇ ਨੇ ਜਿੱਦਾਂ ਮੁਰਦਾ ਡੰਗਰ ਨੂੰ ਖਿੱਚ ਕੇ ਲਈ ਜਾਏ। 3 ਵਾਰ ਕੁੱਟਿਆ ਗਿਆ। ਮੇਰਾ ਸ੍ਰੀ ਸਾਹਿਬ ਉਤਾਰ ਕੇ ਬਾਹਾਂ ਪਿੱਛੇ ਬੰਨ੍ਹ ਲਈਆਂ, ਮੇਰੀਆਂ ਲੱਤਾਂ ਫੜ ਕੇ ਤਾਂ ਨੂੰ ਕਰ ਲਈਆਂ ਜਿਵੇਂ ਸੀਏ ਸਟਾਫ ਹੋਵੇ। ਤੇ ਡਾਂਗਾਂ ਦਾ ਤੇ ਪਤਾ ਹੀ ਨਹੀਂ ਸੀ ਕਿੱਧਰੋਂ ਕਿਹਦੀ ਆਉਂਦੀ, ਢਿੱਡ 'ਚ ਲੱਤਾਂ, ਜਿਹੜਾ ਕੋਈ ਆਉਂਦਾ ਸੀ ਘਸੁੰਨ ਮਾਰੋ, ਆਹ ਕਰੋ। ਤੇ ਗਾਲਾਂ ਮਾਵਾਂ ਦੀਆਂ ਭੈਣਾਂ ਦੀਆਂ ਗੰਦੀਆਂ ਗਾਲਾਂ, ਲੈਟਰਿੰਗ ਤੇਰੀ ਕੱਢਾਂਗੇ, ਤੇਰਾ ਬਾਥਰੂਮ ਕੱਢਾਂਗੇ, ਤੈਨੂੰ ਮੁੜ ਕੇ ਦਰਬਾਰ ਸਾਹਿਬ ਵੜਨ ਜੋਗਾ ਨਹੀਂ ਛੱਡਾਂਗੇ, ਵੜਾਂਗਾ। ਤੇ ਡੀਜੀਪੀ ਸਾਹਿਬ ਨੂੰ ਅਸੀਂ ਕਹਿਣ ਆਏ ਹਾਂ ਕਿ ਉਹ ਜਿਹੜੇ ਤੁਹਾਡੇ ਉੱਥੇ ਹੈਗੇ ਨੁਮਾਇੰਦੇ, ਉਹਨਾਂ ਨੂੰ ਪੁੱਛੋ ਵੀ ਉਹ ਮੀਡੀਆ ਨੂੰ ਕਹਿੰਦੇ ਨੋ ਕਮੈਂਟਸ, ਕੀ ਗੱਲ ਉਹਨਾਂ ਨੇ ਵੇਖਿਆ ਸੀਗਾ ਸੁਖਜੀਤ ਸਿੰਘ ਖੋਸੇ ਨੂੰ ਕਿਰਪਾਨ ਚਲਾਉਂਦੇ ਨੂੰ? ਖੋਸਾ ਉੱਠਦਾ ਹੈ, ਉਹ ਤਾਲਾ ਲਾਉਣ ਚਲੇ ਜਾਂਦਾ, ਤਾਲਾ ਲਗਾਉਂਦਾ, ਜਿਸ ਤੋਂ ਬਾਅਦ ਇਹ ਸਵਾਲ ਖੜੇ ਹੋ ਜਾਂਦੇ ਨੇ, ਸਾਰਾ ਮਾਹੌਲ ਖਰਾਬ ਹੋ ਜਾਂਦਾ। ਬਾਕੀ ਆਗੂ ਇਹ ਨਹੀਂ ਚਾਹੁੰਦੇ ਸੀ ਕਿ ਜਿੰਦਾ ਲਾਇਆ ਜਾਵੇ, ਤਾਂ ਪਰ ਮੇਰੇ ਮਨ ਅੰਦਰ ਰੋਸ਼ ਜਾਗ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਪੱਗ ਲਾ ਦਿੱਤੀ, ਮੇਰੀ ਦਸਤਾਰ ਲਾਤੀ। ਉਹਨੂੰ ਲੈ ਕੇ ਮੈਂ ਉਹਨੂੰ ਜਿੰਦਾ ਲਾਇਆ ਔਰ ਰੋਸ ਵਜੋਂ ਮੈਂ ਉਹਦੇ ਮੂਹਰੇ ਬੈਠਿਆ। ਰੋਸ ਵਜੋਂ ਮੈਨੂੰ ਲੱਤੀ ਦਸਤਾਰ ਦਾ ਇਨਸਾਫ ਲੈ ਕੇ ਦੇਣਾ ਚਾਹੀਦਾ ਸੀ, ਨਾ ਕਿ ਮੇਰੀ ਦਸਤਾਰ ਦੂਜੀ ਵਾਰੀ ਲਾਉਣੀ ਚਾਹੀਦੀ ਸੀ। ਦੂਜੇ ਪਾਸੇ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਅਸੀਂ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਧਰਨਾ ਦੇਣ ਨਹੀਂ ਦੇਵਾਂਗੇ, ਕਿਉਂਕਿ ਇਹ ਸਥਾਨ ਜਿਹੜਾ ਹੈ ਧਾਰਮਿਕ ਸਥਲ ਹੈਗਾ, ਇੱਥੇ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ, ਤੇ ਜਿਹੜਾ ਧਰਨਾ ਲਾਊਗਾ ਅਸੀਂ ਉਹਨੂੰ ਰੋਕਾਂਗੇ ਜ਼ਰੂਰ। ਸਾਡੀ ਇਸ ਲਈ ਅਸੀਂ ਟਾਸਕ ਫੋਰਸ ਲਾਈ ਹੈ। ਬਾਕੀ ਗੱਲ ਰਹੀ ਗੱਲ ਡੋਪ ਟੈਸਟ ਹੈਗਾ ਸਭ ਤੋਂ ਵੱਡਾ ਟੈਸਟ। ਜੇ ਦਰਬਾਰ ਸਾਹਿਬ ਵਿੱਚ ਇਹ ਤੁਰਦੇ ਫਿਰਦੇ ਸੀ, ਮੈਨੂੰ ਦੇਖਿਆ ਇਹਨਾਂ ਨੇ ਸ਼ਰਾਬ ਪੀਂਦੇ, ਤੇ ਇਹਨਾਂ ਨੇ 2 ਚਪੇੜਾਂ ਮਾਰ ਕੇ ਉਦੋਂ ਹੀ ਕਿਉਂ ਨਹੀਂ ਮੇਰਾ ਡੋਪ ਟੈਸਟ ਕਰਾਇਆ? ਫਿਰ ਇਹ ਵੀ ਦੋਸ਼ੀ ਹੈਗੇ ਆ। ਇਹਨਾਂ ਦੇ ਪ੍ਰਬੰਧ ਦੇ ਅਧੀਨ ਇੱਕ ਬੰਦਾ ਦਰਬਾਰ ਸਾਹਿਬ 'ਚ ਸ਼ਰਾਬ ਪੀ ਕੇ ਤੁਰਿਆ ਫਿਰਦਾ ਰਿਹਾ, ਤੇ ਇਹਨਾਂ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਇਹਨਾਂ ਨੇ ਕਿਉਂ ਨਹੀਂ ਵੇਖਿਆ? ਸੁਖਜੀਤ ਸਿੰਘ ਖੋਸਾ ਡੋਪ ਟੈਸਟ ਕਰਾਉਣ ਨੂੰ ਤਿਆਰ ਹੈ। ਹੈੱਡ ਗ੍ਰੰਥੀ ਦਰਬਾਰ ਸਾਹਿਬ, ਹੈੱਡ ਗ੍ਰੰਥੀ ਫਤਿਹਗੜ੍ਹ ਸਾਹਿਬ, ਹੈੱਡ ਗ੍ਰੰਥੀ ਸ਼੍ਰੀ ਅਨੰਦਪੁਰ ਸਾਹਿਬ, ਹੈੱਡ ਗ੍ਰੰਥੀ ਸ਼੍ਰੀ ਕੇਸਗੜ੍ਹ ਸਾਹਿਬ, 5 ਤਖਤਾਂ ਦੇ ਗ੍ਰੰਥੀ ਲਾ ਲੈਣ, ਜਾਂ 5 ਪਿਆਰਿਆਂ ਦੀ ਡਿਊਟੀ ਲਾ ਲੈਣ, ਜਾਂ ਕੋਈ ਮਿਹਨ ਕੀਰਤਨੀਆਂ ਵਿੱਚੋਂ 5 ਪਿਆਰੇ ਚੁਣਨ। ਮੈਂ ਡੋਪ ਟੈਸਟ ਕਰਾਉਣ ਨੂੰ ਤਿਆਰ ਹਾਂ। ਜੇ ਡੋਪ ਵਿੱਚ ਨਸ਼ਾ ਆ ਜਾਂਦਾ, ਮਿੱਟੀ ਦੇ ਤੇਲ ਦਾ ਪੀਪਾ ਮੈਂ ਘਰੋਂ ਲੈ ਕੇ ਆਉਂਗਾ, ਤੇ ਅੱਗ ਵੀ ਮੇਰੇ ਪਰਿਵਾਰ ਦੇ ਜੀ ਲਾਉਣਗੇ। ਕੱਪੜੇ ਤਾਂ ਅਸੀਂ ਇਸ ਕਲਰ ਦੇ ਹੀ ਪਾਉਂਦੇ ਹਾਂ, ਉੱਥੇ ਵੀ ਪਾਉਂਦੇ ਰਹੇ। ਆਹ ਕਿਹਨੇ ਕਰ ਦਿੱਤਾ ਸਾਰਾ ਕੁਛ? ਇਹ ਲੌਂਗੋਵਾਲ ਸਾਹਿਬ ਕੀ ਹੋ ਗਿਆ? ਇਹ ਜਾਂ ਸ਼ਰਾਬ ਜਿਹੜੀ ਤੁਸੀਂ ਪਿਆਉਂਦੇ ਉਹਨਾਂ ਡਿੱਗ ਪਏ ਸੀਗੇ ਅਸੀਂ? ਇਹ ਕਿੱਦਾਂ ਹੋ ਗਿਆ? ਇਹ 24 ਜਾਂ 26 ਤਰੀਕ ਨੂੰ ਅੰਮ੍ਰਿਤ ਛਕਿਆ ਉਹਨੇ ਅਕਾਲ ਤਖਤ ਸਾਹਿਬ ਤੋਂ, ਸਰਟੀਫਿਕੇਟ ਉਹਦਾ ਕੋਲ ਆ, ਉਹਦੇ ਤੁਸੀਂ ਕੱਪੜੇ ਪਾੜਤੇ, ਉਹਦੇ ਛੋਟੇ ਛੋਟੇ ਕੇਸ ਆ, ਉਹਦੇ ਸਿਰ 'ਚ ਤੁਸੀਂ ਚੱਪਲਾਂ ਮਾਰਦੇ ਰਹੇ। ਕਿ ਜਿਨ੍ਹਾਂ ਨੇ ਉਸ ਵੇਲੇ ਘਟਨਾ ਨੂੰ ਅੰਜਾਮ ਦਿੱਤਾ ਜਾਂ ਸਰੂਪ ਇੱਧਰ ਉੱਧਰ ਕੀਤੇ, ਅਸੀਂ ਉਹਨਾਂ ਨੂੰ ਜਿਹੜੀਆਂ ਸਖਤ ਸਜ਼ਾਵਾਂ ਦੇਣੀਆਂ ਸੀ ਦੇਤੀਆਂ ਨੇ, ਤੇ ਸਰੂਪਾਂ ਦਾ ਵੇਰਵਾ ਹਾਲੇ ਤੱਕ ਨਹੀਂ ਦੇ ਸਕੇ। ਫਿਰ ਐਸਜੀਪੀਸੀ ਮੈਂਬਰ ਦੀ ਗਵਾਹੀ ਪੈਣੀ ਹੁੰਦੀ ਹੈ, ਤੇ ਤਾਂ ਜਾ ਕੇ ਪਾਵਨ ਸਰੂਪ ਮਿਲਣਾ। ਫਿਰ ਉੱਥੇ ਇੱਕ ਸਲਿੱਪ ਬਣਨੀ ਹੁੰਦੀ, ਉਹ ਲੱਗਣੀ ਹੁੰਦੀ ਨਾਲ। ਇੱਥੇ ਤਾਂ ਕੁਝ ਵੀ ਨਹੀਂ ਹੈਗਾ। ਇਹ ਸਿਰਫ ਤੇ ਸਿਰਫ ਹਾਂਜੀ ਇਹ ਸਾਡੇ ਆਏ ਆ ਜੀ, ਸਾਡੀ ਪਾਰਟੀ ਨਾਲ ਸੰਬੰਧਿਤ ਆ, ਆਪਣੇ ਬੰਦੇ ਇਹਨਾਂ ਨੂੰ ਦੇ ਦਿਓ, ਦੇ ਦਿੱਤੇ ਗਏ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਪਿਛਲੇ ਦਿਨੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ, ਉਹਨੇ ਵੱਡੇ ਪੱਧਰ ਤੇ ਸਵਾਲ ਖੜੇ ਕੀਤੇ ਕਿ ਆਖਰਕਾਰ ਇਸ ਸਮਾਜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੋ ਜਿਹੀਆਂ ਪੈੜਾਂ ਪਾ ਰਹੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਉੱਥੇ ਮੌਜੂਦ ਟਾਸਕ ਫੋਰਸ ਦੇ ਵੱਲੋਂ ਹਮਲਾ ਕੀਤਾ ਗਿਆ, ਸਿਰਫ ਇਸ ਕਰਕੇ ਕਿ ਕੁਝ ਲੋਕ ਜਿਹੜੇ ਸੀਗੇ ਉਹ ਸਿਰਫ ਤੇ ਸਿਰਫ ਹਿਸਾਬ ਮੰਗ ਰਹੇ ਸੀ ਕਿ ਆਖਰਕਾਰ 328 ਸਰੂਪ ਕਿੱਥੇ ਗਏ। ਸਾਡੇ ਨਾਲ ਅੱਜ ਸੁਖਜੀਤ ਸਿੰਘ ਖੋਸੇ ਨੇ ਉਚੇਚੇ ਤੌਰ ਤੇ ਚੰਡੀਗੜ੍ਹ ਪਹੁੰਚੇ ਨੇ, ਡੀਜੀਪੀ ਦਫ਼ਤਰ ਦੇ ਵਿੱਚ ਪਹੁੰਚ ਕੇ ਕੰਪਲੇਂਟ ਦਰਜ ਕਰਵਾਈ ਹੈ। ਸਰ, ਅੱਜ ਇੱਥੇ ਪਹੁੰਚੇ ਸੀਗੇ ਕੰਪਲੇਂਟ ਦਰਜ ਕਰਵਾਉਣ, ਕੀ ਕੰਪਲੇਂਟ ਦਰਜ ਕਰਵਾਈ ਹੈ, ਕੀ ਤੁਹਾਡੀ ਮੰਗ ਹੈ? ਦੇਖੋ ਜੀ, ਜਦੋਂ ਇਹ ਫਰੀडम ਆ, ਸਾਡਾ ਦੇਸ਼ ਆਜ਼ਾਦ ਆ, ਸਾਨੂੰ ਕਿਹਾ ਜਾਂਦਾ ਕਿ ਤੁਸੀਂ ਆਜ਼ਾਦ ਆ। ਕੁਝ ਵੀਰਾਂ ਨੂੰ ਤੇ ਸਾਡਿਆਂ ਨੂੰ ਖਾਲਿਸਤਾਨੀ ਕਿਹਾ ਜਾਂਦਾ, ਕੁਝ ਖਾਲਿਸਤਾਨੀ ਸੋਚ ਨਾਲ ਵੀ ਆ। ਭਾਵੇਂ ਕਿ ਅਸੀਂ ਰੋਜ਼ ਪੜ੍ਹਦੇ ਹਾਂ ਰਾਜ ਕਲੇਗਾ ਖਾਲਸਾ, ਅਸੀਂ ਵੀ ਸ਼ੇਰੇ ਪੰਜਾਬ ਰਾਜ ਦੇ ਹਾਮੀ ਹਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਹਾਮੀ ਹਾਂ, ਪਰੰਤੂ ਫਿਰ ਵੀ ਅਸੀਂ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਕਿਉਂਕਿ ਅਸੀਂ ਪਾਸਪੋਰਟ ਬਣਾਉਂਦੇ ਹਾਂ, ਅਸੀਂ ਸਾਰੇ ਡੀਸੀ ਵਗੈਰਾ ਦਫ਼ਤਰ ਦੇ ਕੰਮ ਕਰਦੇ ਹਾਂ, ਜ਼ਿਮੀਂਦਾਰ ਘਰੇਲੂ ਹੈਗੇ ਹਾਂ, ਤਹਿਸੀਲਦਾਰ ਮਾਲ ਵਿਭਾਗ ਨਾਲ ਸਾਰਾ ਕੁਝ
ਦੇਸ਼ ਦੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਦੇ। ਜਿਹੜਾ ਸਾਡਾ ਉੱਥੇ ਪ੍ਰੋਟੈਸਟ ਸੀਗਾ, ਮੋਰਚਾ ਸੀਗਾ, ਉਹ ਵੀ ਇਸ ਕਾਨੂੰਨ ਦੇ ਰੂਲ ਅਨੁਸਾਰ ਹੈਗਾ ਸੀਗਾ ਕਿ ਜਦੋਂ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ 328 ਸਰੂਪ ਦਾ ਐਡਾ ਵੱਡਾ ਘਪਲਾ ਸਾਹਮਣੇ ਆ ਜਾਣਾ ਤੇ ਉਹ ਕਿਸੇ ਬੰਨੇ ਨਾ ਲੱਗਣੀ ਗੱਲ। 450 ਸਰੂਪ ਕੈਨੇਡਾ ਵਿੱਚ ਐਡੀ ਵੱਡੀ ਬੇਅਦਬੀ ਹੋ ਜਾਣੀ ਵੀ ਮਨੁੱਖਾਂ ਨੂੰ ਉਡੀਕਦਿਆਂ ਗੁਰੂ ਦਾ ਸਰੂਪ ਸਲਾਬ ਵਿੱਚ ਆ ਜਾਣਾ। ਇਹ ਸਾਰੀ ਗੱਲ ਜਿਹੜੀ ਉਹਦਾ ਜੁੰਮਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਲੱਗਦਾ ਸੀ, ਜਿਹਨੂੰ 100 ਸਾਲ ਪਹਿਲਾਂ ਸਿੱਖਾਂ ਨੇ ਬੜੇ ਮਾਣ ਨਾਲ, ਬੜੇ ਫਕਰ ਨਾਲ ਇੱਕ ਸੇਵਾ ਸੌਂਪੀ ਸੀ। ਮਹੰਤਾਂ ਦਾ ਪ੍ਰਬੰਧ ਮਾੜਾ ਦੇਖ ਕੇ, ਉਹਨਾਂ ਦੀਆਂ ਬਦਫੈਲੀਆਂ ਦੇਖ ਕੇ ਅਫਸੋਸ ਜਿਹੜੀ ਪਰਸੋਂ ਦੀ ਘਟਨਾ ਆ ਉਹਨੇ ਨਰੈਣੂਮੰਤ ਫਿਰ ਯਾਦ ਕਰਾਤਾ। ਜੇ ਅੱਜ ਦੀ ਗੱਲ ਕਰੀਏ ਡੀਜੀਪੀ ਸਾਹਿਬ ਤੋਂ ਕੀ ਮੰਗ ਲੈ ਕੇ ਪਹੁੰਚੇ, ਕਿਉਂਕਿ ਉੱਥੇ ਜਿਸ ਤਰੀਕੇ ਦੇ ਨਾਲ ਪੱਗਾਂ ਉਤਾਰੀਆਂ ਗਈਆਂ, ਜਿਸ ਤਰੀਕੇ ਨਾਲ ਦਾੜੀਆਂ ਪੱਟੀਆਂ ਗਈਆਂ, ਜਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ ਹੈ, ਜਿਸ ਤਰੀਕੇ ਨਾਲ ਮੀਡੀਆ ਕਰਮੀ ਜਿਹੜੇ ਸੀਗੇ ਉਹਨਾਂ ਦੇ ਨਾਲ ਬਦਸਲੂਕੀ ਹੋਈ ਹੈ, ਤਾਂ ਇਸ ਨੇ ਤਾਂ ਬਹੁਤ ਵੱਡੇ ਪੱਧਰ ਤੇ ਸਵਾਲ ਖੜੇ ਕਰਤੇ ਕਿ ਉਹ ਟਾਸਕ ਫੋਰਸ ਦਾ ਕੰਮ ਇਹ ਸੀਗਾ ਕਿ ਇਸ ਤਰੀਕੇ ਨਾਲ ਬੰਦਿਆਂ ਨੂੰ ਕੁੱਟਿਆ ਜਾਵੇ ਉੱਥੇ, ਤੇ ਡੀਜੀਪੀ ਨੂੰ ਮੰਗ ਕੀ ਦੇ ਕੇ ਆਏ ਹੋ? ਦੇਖੋ ਜੀ, ਡੀਜੀਪੀ ਸਾਹਿਬ ਨੂੰ ਕਹਿਣ ਆਏ ਆ ਵੀ ਜਿਹੜੇ ਤੁਹਾਡੇ ਉੱਥੇ ਨੁਮਾਇੰਦੇ ਹੈਗੇ ਆ ਨਾ, ਉਹ ਚੋਰਾਂ ਨਾਲ ਕੁੱਤੀ ਰਲਣ ਵਾਲਾ ਪੂਰਾ ਕੰਮ ਕਰ ਰਹੇ ਆ। ਉਹਨਾਂ ਨੇ ਤੁਹਾਡਾ ਸ਼ੁਭ ਕਰਮ ਤੇ ਕਬੂ ਨਾ ਟਰੂੰ ਦਾ ਜਿਹੜਾ ਮਜ਼ਾਕ ਉਡਾਤਾ, ਕਿਉਂਕਿ ਸੀਆਈਡੀ, ਸਿਵਲ ਸੀਆਈਡੀ ਪੁਲਿਸ ਸਾਡੇ ਕੋਲ ਉੱਥੇ ਬੈਠੀ ਹੋਈ ਆ। 11 ਵਜੇ ਤੋਂ ਮੈਨੂੰ ਖਿੱਚ ਕੇ ਲੈ ਜਾਂਦੇ ਨੇ ਜਿੱਦਾਂ ਮੁਰਦਾ ਡੰਗਰ ਨੂੰ ਖਿੱਚ ਕੇ ਲੈ ਜਾਈਦਾ, ਤੇ ਡਾਂਗਾ ਨਾਲ ਕੁੱਟਦੇ ਰਹਿੰਦੇ ਨੇ 5 ਵਜੇ ਤੱਕ, ਅੰਦਰ ਬੰਦੀ ਬਣਾ ਕੇ ਰੱਖਦੇ ਨੇ। 3 ਵਾਰ ਕੁੱਟਿਆ ਗਿਆ। ਮੇਰਾ ਸ੍ਰੀ ਸਾਹਿਬ ਉਤਾਰ ਕੇ ਬਾਹਾਂ ਪਿੱਛੇ ਬੰਨ੍ਹ ਲਈਆਂ, ਮੇਰੀਆਂ ਲੱਤਾਂ ਫੜ ਕੇ ਤਾਂ ਨੂੰ ਕਰ ਲਈਆਂ ਜਿਵੇਂ ਸੀਏ ਸਟਾਫ ਹੋਵੇ, ਤੇ ਡਾਂਗਾਂ ਦਾ ਤੇ ਪਤਾ ਹੀ ਨਹੀਂ ਸੀ ਕਿੱਧਰੋਂ ਕਿਹਦੀ ਆਉਂਦੀ, ਢਿੱਡ 'ਚ ਲੱਤਾਂ ਜਿਹੜਾ ਕੋਈ ਆਉਂਦਾ ਸੀ ਘਸੁੰਨ ਮਾਰੋ, ਆਹ ਕਰੋ, ਤੇ ਗਾਲਾਂ ਮਾਵਾਂ ਦੀਆਂ ਭੈਣਾਂ ਦੀਆਂ ਗੰਦੀਆਂ ਗਾਲਾਂ। ਲੈਟਰਿੰਗ ਤੇਰੀ ਕੱਢਾਂਗੇ, ਤੇਰਾ ਬਾਥਰੂਮ ਕੱਢਾਂਗੇ, ਤੈਨੂੰ ਮੁੜ ਕੇ ਦਰਬਾਰ ਸਾਹਿਬ ਵੜਨ ਜੋਗਾ ਨਹੀਂ ਛੱਡਾਂਗੇ, ਵੜਾਂਗਾ ਕੰਜਰਾ। ਤੇ ਅਗਲੇ ਹੁਣ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੀਡੀਆ ਦੇ ਸਾਹਮਣੇ ਜੋ ਗੰਦ ਬਕਿਆ ਗਿਆ। ਇਸ ਦੌਰਾਨ ਸੁਖਦੇਵ ਸਿੰਘ ਭੂਰਾ ਕੋਨਾ, ਮਹਿੰਦਰ ਆਲੀ ਤੇ ਪ੍ਰਤਾਪ ਮੈਨੇਜਰ, ਮੈਂ ਸਿੰਘ ਨਹੀਂ ਲਾ ਰਿਹਾ, ਇੱਕ ਦਾ ਲੱਗ ਗਿਆ ਭੁਲੇਖੇ ਨਾਲ ਕਿਉਂਕਿ ਸਿੰਘ ਲਾਉਣ ਦੇ ਕਾਬਲ ਨਹੀਂ ਹੈਗੇ। ਤੇ ਡੀਜੀਪੀ ਸਾਹਿਬ ਨੂੰ ਅਸੀਂ ਕਹਿਣ ਆਏ ਆ ਕਿ ਉਹ ਜਿਹੜੇ ਤੁਹਾਡੇ ਉੱਥੇ ਹੈਗੇ ਨੁਮਾਇੰਦੇ, ਉਹਨਾਂ ਨੂੰ ਪੁੱਛੋ ਵੀ ਉਹ ਮੀਡੀਆ ਨੂੰ ਕਹਿੰਦੇ ਨੋ ਕਮੈਂਟਸ, ਕੀ ਗੱਲ ਉਹਨਾਂ ਨੇ ਵੇਖਿਆ ਸੀਗਾ ਸੁਰਜੀਤ ਸਿੰਘ ਖੋਸੇ ਨੂੰ ਕਿਰਪਾਨ ਚਲਾਉਂਦੇ ਨੂੰ? ਇਹ 24 ਤਰੀਕ ਦੀ 6 ਵਜੇ ਸਵੇਰੇ 6 ਵਜੇ ਦੀ ਜਾਂ ਤੜਕੇ 2 ਵਜੇ ਤੋਂ ਲੈ ਕੇ ਤੜਕੇ 2 ਵਜੇ ਦੂਜੇ 2 ਵਜੇ ਤੱਕ ਦੀ ਸੀਸੀਟੀਵੀ ਫੁਟੇਜ ਜਨਤਕ ਕਰ ਦੇਣ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ। ਜਦੋਂ ਸਵਾਲ ਇਹ ਵੀ ਉੱਠਦੇ ਨੇ ਕਿ ਬੜੇ ਸ਼ਾਂਤਮਈ ਢੰਗ ਦੇ ਨਾਲ ਮੋਰਚਾ ਲੱਗਾ ਹੋਇਆ ਸੀ, ਧਰਨਾ ਦਿੱਤਾ ਜਾ ਰਿਹਾ ਸੀ, 328 ਸਰੂਪਾਂ ਦਾ ਜਵਾਬ ਮੰਗਿਆ ਜਾ ਰਿਹਾ ਸੀ ਕਿ ਆਖਿਰਕਾਰ ਉਹ ਸਰੂਪ ਕਿੱਥੇ ਗਏ, ਪਰ ਕਹਿੰਦੇ ਕਿ ਇਕੱਲੇ ਖੋਸਾ ਉੱਠਦਾ ਹੈ, ਉਹ ਤਾਲਾ ਲਾਉਣ ਚਲੇ ਜਾਂਦਾ, ਤਾਲਾ ਲਗਾਉਂਦਾ, ਜਿਸ ਤੋਂ ਬਾਅਦ ਇਹ ਸਵਾਲ ਖੜੇ ਹੋ ਜਾਂਦੇ ਨੇ, ਸਾਰਾ ਮਾਹੌਲ ਖਰਾਬ ਹੋ ਜਾਂਦਾ। ਬਾਕੀ ਆਗੂ ਇਹ ਨਹੀਂ ਚਾਹੁੰਦੇ ਸੀ ਕਿ ਜਿੰਦਾ ਲਾਇਆ ਜਾਵੇ, ਤਾਂ ਸ਼ਾਂਤੀ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਮੋਰਚਾ ਆਪਣੇ ਕਦਮਾਂ ਦੇ ਵੱਲ ਵੱਧ ਰਿਹਾ ਸੀਗਾ, ਤਾਂ ਖੋਸਾ ਨੂੰ ਕੀ ਜ਼ਰੂਰਤ ਪੈ ਗਈ ਕਿ ਉੱਥੇ ਤਾਲਾ ਲਾਉਣਾ ਜਾਵੇ? 24 ਤਰੀਕ 5 ਵਜੇ ਸਵੇਰੇ, ਹੁਣ ਜਦੋਂ ਤੁਹਾਡੀ ਜਾਂ ਸਾਡੀ ਦਸਤਾਰ ਉਤਾਰ ਦੇਵੇ ਕੋਈ, ਤੁਹਾਡੇ ਮਨ 'ਚ ਰੋਸ਼ ਆਊਗਾ। ਇਹਨਾਂ ਦੇ ਪ੍ਰਬੰਧ ਵਿੱਚੋਂ 2 ਵਾਰ ਮੈਨੂੰ ਪਾਲਕੀ ਸਾਹਿਬ ਦੇ ਨਾਲੋਂ ਧੱਕੇ ਮਾਰੇ ਗਏ। ਉਦਣ ਵੀ 24 ਤਰੀਕ ਨੂੰ ਮੈਨੂੰ ਧੱਕਾ ਮਾਰਿਆ ਗਿਆ, ਤੜਕੇ ਮੇਰੀ ਦਸਤਾਰ ਇੱਦਾਂ ਹੀ ਦਮਾਲਾ ਸਾਰਾ ਲਿਥ ਗਿਆ, ਮੈਂ ਇਹਨੂੰ ਚੁੱਕ ਕੇ ਆਰਾਮ ਨਾਲ ਉੱਦਾਂ ਹੀ ਥੱਲੇ ਰੱਖ ਕੇ ਤੇ ਗੁਰੂ ਦਾ ਭਾਣਾ ਮੰਨ ਕੇ ਬਾਹਰ ਆ ਗਿਆ। ਪਰ ਮੇਰੇ ਮਨ ਅੰਦਰ ਰੋਸ਼ ਜਾਗ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਪੱਗ ਲਾ ਦਿੱਤੀ, ਮੇਰੀ ਦਸਤਾਰ ਲਾਤੀ। ਉਹਨੂੰ ਲੈ ਕੇ ਮੈਂ ਉਹਨੂੰ ਜਿੰਦਾ ਲਾਇਆ ਔਰ ਰੋਸ ਵਜੋਂ ਮੈਂ ਉਹਦੇ ਮੂਹਰੇ ਬੈਠਿਆ। ਰੋਸ ਵਜੋਂ ਮੈਨੂੰ ਲੱਤੀ ਦਸਤਾਰ ਦਾ ਇਨਸਾਫ ਲੈ ਕੇ ਦੇਣਾ ਚਾਹੀਦਾ ਸੀ, ਨਾ ਕਿ ਮੇਰੀ ਦਸਤਾਰ ਦੂਜੀ ਵਾਰੀ ਲਾਉਣੀ ਚਾਹੀਦੀ ਸੀ। ਦੂਜੇ ਪਾਸੇ ਜੇ ਅਸੀਂ ਦੇਖੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੈਸ ਕਾਨਫਰੰਸ ਕਰਦੇ ਨੇ, ਤੁਹਾਡੇ ਤੇ ਬਹੁਤ ਸਾਰੇ ਇਲਜ਼ਾਮ ਲਾਏ ਉਹਨਾਂ ਨੇ ਕਿ ਇੱਕ ਤਾਂ ਉਹਨਾਂ ਨੇ ਸਾਫ਼ ਤੌਰ ਤੇ ਵੀ ਕਿਹਾ ਕਿ ਖੋਸਾ ਨਸ਼ੇ ਕਰਦਾ ਹੈ, ਦੂਜੇ ਪਾਸੇ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਅਸੀਂ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਧਰਨਾ ਦੇਣ ਨਹੀਂ ਦੇਵਾਂਗੇ ਕਿਉਂਕਿ ਇਹ ਸਥਾਨ ਜਿਹੜਾ ਹੈ ਧਾਰਮਿਕ ਸਥਲ ਹੈਗਾ, ਇੱਥੇ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ, ਤੇ ਜਿਹੜਾ ਧਰਨਾ ਲਾਊਗਾ ਅਸੀਂ ਉਹਨੂੰ ਰੋਕਾਂਗੇ ਜ਼ਰੂਰ, ਸਾਡੀ ਇਸ ਲਈ ਅਸੀਂ ਟਾਸਕ ਫੋਰਸ ਲਾਈ ਹੈ। ਤੇ ਜਿਹੜੇ ਨਸ਼ੇ ਦੇ ਇਲਜ਼ਾਮ ਜਾਂ ਇੱਦਾਂ ਦੀਆਂ ਇਲਜ਼ਾਮ ਲਗਾਏ ਗਏ ਨੇ, ਇਹਨਾਂ ਨੂੰ ਤੁਸੀਂ ਕਿਵੇਂ? ਦੇਖੋ ਜੀ, ਨਸ਼ੇ ਦੀ ਗੱਲ ਜਿਹੜੀ ਹੈਗੀ ਆ, ਮੈਂ ਗੁਰੂ ਕਾ ਸਿੱਖ ਹਾਂ, 1988 ਤੋਂ ਅੰਮ੍ਰਿਤਧਾਰੀ ਹਾਂ, ਸ਼ਾਇਦ ਕਈਆਂ ਦੀ ਡੇਟ ਆਫ ਬਰਥ ਵੀ ਬਾਅਦ ਦੀ ਹੈਗੀ ਆ, ਤੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਜਿਹੜੇ 5 ਪਿਆਰੇ ਅੰਮ੍ਰਿਤ ਤਿਆਰ ਕਰਦੇ ਨੇ, ਅੰਮ੍ਰਿਤ ਦਾ ਬਾਟਾ ਗੁਰਦੁਆਰਾ ਬੇਰ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ। ਅੱਜ ਤੱਕ ਮੈਨੂੰ ਸ਼ਰਾਬ ਦੇ ਬਾਰੇ ਪਤਾ ਹੀ ਨਹੀਂਗਾ ਵੀ ਉਹ ਕੌੜੀ ਆ ਜਾਂ ਮਿੱਠੀ ਆ। ਲੋਕੀ ਮੂੰਹ ਜਾਂ ਵਿੰਗਾ ਕਰਦੇ ਆ ਤਾਂ ਮੈਨੂੰ ਹੋ ਸਕਦਾ ਕੌੜੀ ਹੋਵੇ, ਮੈਂ ਹਜੇ ਤੱਕ ਦੇਖੀ ਨਹੀਂ। ਬਾਕੀ ਗੱਲ ਰਹੀ ਗੱਲ, ਡੋਪ ਟੈਸਟ ਹੈਗਾ ਸਭ ਤੋਂ ਵੱਡਾ ਟੈਸਟ। ਜੇ ਦਰਬਾਰ ਸਾਹਿਬ ਵਿੱਚ ਇਹ ਤੁਰਦੇ ਫਿਰਦੇ ਸੀ, ਮੈਨੂੰ ਦੇਖਿਆ ਇਹਨਾਂ ਨੇ ਸ਼ਰਾਬ ਪੀਂਦੇ, ਤੇ ਇਹਨਾਂ ਨੇ 2 ਚਪੇੜਾਂ ਮਾਰ ਕੇ ਉਦੋਂ ਹੀ ਕਿਉਂ ਨਹੀਂ ਮੇਰਾ ਡੋਪ ਟੈਸਟ ਕਰਾਇਆ? ਫਿਰ ਇਹ ਵੀ ਦੋਸ਼ੀ ਹੈਗੇ ਆ। ਇਹਨਾਂ ਦੇ ਪ੍ਰਬੰਧ ਦੇ ਅਧੀਨ ਇੱਕ ਬੰਦਾ ਦਰਬਾਰ ਸਾਹਿਬ 'ਚ ਸ਼ਰਾਬ ਪੀ ਕੇ ਤੁਰਿਆ ਫਿਰਦਾ ਰਿਹਾ, ਤੇ ਇਹਨਾਂ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਇਹਨਾਂ ਨੇ ਕਿਉਂ ਨਹੀਂ ਵੇਖਿਆ? ਅੱਜ ਜਦੋਂ ਉਹ ਗੱਲ ਮੰਗ ਜੋਬਨ 'ਤੇ ਉੱਠਣ ਲੱਗੀ, ਉਦੋਂ ਹੀ ਕਿਉਂ ਇਹ? ਫਿਰ ਦੂਜੀ ਗੱਲ, ਉਹਨਾਂ ਨੂੰ ਵੀ ਛੱਡ ਦਿੰਦੇ ਆ ਕਿਉਂਕਿ ਸਿੱਖ ਸੰਗਤਾਂ ਦਰਬਾਰ ਸਾਹਿਬ ਨਾਲ ਜੁੜੀਆਂ,
ਸੁਖਜੀਤ ਸਿੰਘ ਖੋਸਾ ਡੋਪ ਟੈਸਟ ਕਰਾਉਣ ਨੂੰ ਤਿਆਰ ਹੈ। ਹੈੱਡ ਗ੍ਰੰਥੀ ਦਰਬਾਰ ਸਾਹਿਬ, ਹੈੱਡ ਗ੍ਰੰਥੀ ਫਤਿਹਗੜ੍ਹ ਸਾਹਿਬ, ਹੈੱਡ ਗ੍ਰੰਥੀ ਸ੍ਰੀ ਅਨੰਦਪੁਰ ਸਾਹਿਬ, ਹੈੱਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ, 5 ਤਖਤਾਂ ਦੇ ਗ੍ਰੰਥੀ ਲਾ ਲੈਣ ਜਾਂ 5 ਪਿਆਰਿਆਂ ਦੀ ਡਿਊਟੀ ਲਾ ਲੈਣ ਜਾਂ ਕੋਈ ਮਿਨ ਕੀਰਤਨੀਆਂ ਵਿੱਚੋਂ 5 ਪਿਆਰੇ ਚੁਣਨ। ਮੈਂ ਡੋਪ ਟੈਸਟ ਕਰਾਉਣ ਨੂੰ ਤਿਆਰ ਹਾਂ। ਜੇ ਡੋਪ ਵਿੱਚ ਨਸ਼ਾ ਆ ਜਾਂਦਾ, ਮਿੱਟੀ ਦੇ ਤੇਲ ਦਾ ਪੀਪਾ ਮੈਂ ਘਰੋਂ ਲੈ ਕੇ ਆਉਂਗਾ ਤੇ ਅੱਗ ਵੀ ਮੇਰੇ ਪਰਿਵਾਰ ਦੇ ਜੀ ਲਾਉਣਗੇ। ਬੜੀ ਬਦਸਲੂਕੀ ਹੋਈ ਉਸ ਦਿਨ ਮੀਡੀਆ ਕਰਮੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ, ਜਿਸ ਤਰੀਕੇ ਦਾ ਮਾਹੌਲ ਬਣਿਆ ਪੂਰੇ ਸਿੱਖ ਡਾਇਸਪੋਰਾ ਦੇ ਵਿੱਚ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ, ਕੱਪੜੇ ਤੱਕ ਵੀ ਪਾੜੇ ਗਏ। ਜੀ ਕੱਪੜਿਆਂ ਦਾ ਜ਼ਿਕਰ ਕਰੀਏ, ਅੱਜ ਕੀ ਦੱਸ ਕੇ ਆਏ? ਦੇਖੋ ਜੀ, ਆ ਹੁਣ ਇਹ ਕਹਿੰਦੇ ਜੀ ਅਸੀਂ ਪੀਸਫੁੱਲੀ ਹਾਂ, ਕੱਪੜੇ ਤਾਂ ਅਸੀਂ ਇਸ ਕਲਰ ਦੇ ਹੀ ਪਾਉਂਦੇ ਹਾਂ, ਉੱਥੇ ਵੀ ਪਾਉਂਦੇ ਰਹੇ। ਆਹ ਕਿਹਨੇ ਕਰ ਦਿੱਤਾ ਸਾਰਾ ਕੁਝ? ਇਹ ਲੌਂਗੋਵਾਲ ਸਾਹਿਬ ਕੀ ਹੋ ਗਿਆ? ਇਹ ਜਾਂ ਸ਼ਰਾਬ ਜਿਹੜੀ ਤੁਸੀਂ ਪਿਆਉਂਦੇ ਹੋ ਉਹਨਾਂ ਡਿੱਗ ਪਏ ਸੀਗੇ ਅਸੀਂ? ਇਹ ਕਿੱਦਾਂ ਹੋ ਗਿਆ? ਇਹ ਵੱਡੇ ਸਵਾਲ ਆ। ਆ ਹੁਣ ਚਲੋ ਇਹ ਮੇਰਾ ਤੁਸੀਂ ਕਹਿ ਦਿਓਗੇ ਵੀ ਲਵੇੜ ਕੇ ਲੈ ਆਇਆ, ਆਹ ਆਪਦੀ ਇੱਜ਼ਤ ਕੋਈ ਛਾਲਦਾ ਨਹੀਂ ਹੁੰਦਾ। ਆਹ ਕੌਣ ਕਰ ਗਿਆ ਭਾਈ ਆ ਧੀਆਂ ਭੈਣਾਂ ਦੇ ਨਾਲ? ਮੈਂ ਤਾਂ ਬਸ਼ਰਮੋ ਕੰਪਲੇਂਟ ਵੀ ਨਹੀਂ ਸੀ ਲਿਖਾਉਣੀ ਚਾਹੁੰਦਾ ਇਹ ਕਿ ਕੋਈ ਗੱਲ ਦੀ ਕਿਸੇ ਦੀ, ਪਰ ਤੁਸੀਂ ਹੱਦ ਕਰ ਦਿੱਤੀ। ਤੁਸੀਂ ਤਾਂ ਧੀਆਂ ਭੈਣਾਂ ਦੇ ਆਹ ਨੌਜਵਾਨ ਬੱਚਾ 26 ਸਾਲ ਉਹਦੀ ਉਮਰ ਆ, 25-26 ਸਾਲ, ਤੇ 24 ਜਾਂ 26 ਤਰੀਕ ਨੂੰ ਅਮਰ ਛਕਿਆ ਉਹਨੇ ਅਕਾਲ ਤਖਤ ਸਾਹਿਬ ਤੋਂ, ਸਰਟੀਫਿਕੇਟ ਉਹਦਾ ਕੋਲ ਆ। ਉਹਦੇ ਤੁਸੀਂ ਕੱਪੜੇ ਪਾੜਤੇ, ਉਹਦੇ ਛੋਟੇ ਛੋਟੇ ਕੇਸ ਆ, ਉਹਦੇ ਸਿਰ 'ਚ ਤੁਸੀਂ ਚੱਪਲਾਂ ਮਾਰਦੇ ਰਹੇ ਤੇ ਕਹਿੰਦੇ ਰਹੇ RSS ਦਾ ਬੰਦਾ ਤੁਹਾਡਾ ਖਰੀਦਿਆ ਹੋਇਆ। ਮੇਰਾ ਮੋਬਾਈਲ ਫੋਨ 2 ਤੁਸੀਂ ਚੁੱਕ ਕੇ ਲੈ ਗਏ। ਪ੍ਰਤਾਪ ਤੂੰ 200 ਰੁਪਈਆ ਕੁੱਟ ਦੇ ਦੌਰਾਨ ਮੇਰੀ ਜੇਬ 'ਚੋਂ 200 ਰੁਪਈਆ ਵੀ ਕੱਢ ਕੇ ਲੈ ਗਿਆ। ਤੁਹਾਨੂੰ ਗੁਰੂ ਰਾਮਦਾਸ ਦੀ ਗੁਲ ਖਾ ਕੇ ਰੱਜ ਨਹੀਂ ਆਇਆ? ਸਾਡੇ ਗਰੀਬਾਂ ਦਾ 100-200 ਰੁਪਈਆ ਲੈ ਗਏ। ਜਿਹੜਾ ਮੋਰਚੇ 'ਚ ਸਾਊਂਡ ਸਿਸਟਮ ਸੀ ਉਹ ਤੁਸੀਂ ਲੈ ਗਏ, ਉਹ ਦਰੀਆਂ ਲੈ ਗਏ, ਪੇਟੀਆਂ ਲੈ ਗਏ। ਤੇ ਹੁਣ ਤੁਸੀਂ ਕਹਿੰਦੇ ਦਰਬਾਰ ਸਾਹਿਬ ਦੇ ਅੰਦਰ, ਤੇ ਪਹਿਲਾਂ ਥੋੜਾ ਤੁਹਾਨੂੰ ਚਿੱਠੀ ਕਿਸੇ ਨੇ ਪਾਈ ਸੀ? ਉਦੋਂ ਤਾਂ ਤੁਸੀਂ ਕਹਿੰਦੇ ਸੀਗੇ, ਆ ਤੁਹਾਡਾ ਮਹਿਤਾ ਹੀ ਕਹਿੰਦਾ ਸੀ, ਭੂਰਾ ਕੋਨਾ ਵੀ ਕਹਿੰਦਾ ਸੀ ਸਾਡੀ ਮਜਬੂਰੀ ਆ, ਸ਼ੁਕਰ ਹੋਇਆ ਤੁਸੀਂ ਆਏ ਆ ਤੇ ਗੁਰੂ ਦਾ ਇਨਸਾਫ ਮਿਲ ਜੂ। ਖੋਸਾ ਜੀ ਹੁਣ ਕਿੱਦਾਂ ਲੱਗਦਾ ਇਸ ਵੇਲੇ? ਦੇਖੋ 328 ਸਰੂਪਾਂ ਦਾ ਮਸਲਾ ਲਗਾਤਾਰ ਚੱਲ ਰਿਹਾ, 450 ਸਰੂਪ ਬਾਹਰ ਜਿਹੜੇ ਜਾਂਦੇ ਨੇ ਉਹਨਾਂ ਦੀ ਬੇਅਦਬੀ ਇੱਕ ਹਿਸਾਬ ਦੇ ਨਾਲ ਹੁੰਦੀ ਹੈ। ਇਹਨਾਂ ਦਾ ਹਾਲੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਹਿਸਾਬ ਨਹੀਂ ਦੇ ਸਕੀ। ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਜਿਨ੍ਹਾਂ ਨੇ ਉਸ ਵੇਲੇ ਘਟਨਾ ਨੂੰ ਅੰਜਾਮ ਦਿੱਤਾ ਜਾਂ ਸਰੂਪ ਇੱਧਰ ਉੱਧਰ ਕੀਤੇ, ਅਸੀਂ ਉਹਨਾਂ ਨੂੰ ਜਿਹੜੀਆਂ ਸਖਤ ਸਜ਼ਾਵਾਂ ਦੇਣੀ ਸੀ ਦੇਤੀਆਂ ਨੇ, ਤੇ ਸਰੂਪਾਂ ਦਾ ਵੇਰਵਾ ਹਾਲੇ ਤੱਕ ਨਹੀਂ ਦੇ ਸਕੇ। ਇਹ ਜਾਂਦਾ ਕਿੱਧਰ ਨੂੰ ਲੱਗ ਰਿਹਾ ਮਾਮਲਾ ਇਸ ਵੇਲੇ? ਕੌਣ ਕੌਣ ਰਲਿਆ ਹੋਇਆ ਤੁਹਾਡੇ ਨਾਲ? ਜਾਂਦਾ ਕਿੱਧਰ ਨੂੰ ਆ ਜੀ? ਇਹ ਸਿੱਧਾ ਤੇ ਸਪਸ਼ਟ ਸਵਾਲ ਆ। ਇੱਕ ਪ੍ਰਕਿਰਿਆ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਲੈਣ ਜਾਓ, ਪਹਿਲਾਂ ਗ੍ਰੰਥੀ ਨੇ ਦੇਖਣਾ ਹੁੰਦਾ ਵੀ ਇੱਥੇ ਜਗ੍ਹਾ ਹੈ, ਲੋੜ ਹੈ, ਗੁਰਦੁਆਰਾ ਸਾਹਿਬ ਦੀ ਲੋੜ ਹੈ, ਫਿਰ ਪਿੰਡ ਦੇ ਪੰਚਾਇਤ ਮੈਂਬਰ ਜਾਂ ਸਰਪੰਚ ਦੀ, ਫਿਰ ਪ੍ਰਚਾਰਕ ਦੀ, ਫਿਰ SGPC ਮੈਂਬਰ ਦੀ ਗਵਾਹੀ ਪੈਣੀ ਹੁੰਦੀ ਹੈ ਤੇ ਤਾਂ ਜਾ ਕੇ ਪਾਵਨ ਸਰੂਪ ਮਿਲਣਾ। ਫਿਰ ਉੱਥੇ ਇੱਕ ਸਲਿੱਪ ਬਣਨੀ ਹੁੰਦੀ, ਉਹ ਲੱਗਣੀ ਹੁੰਦੀ ਨਾਲ। ਇੱਥੇ ਤਾਂ ਕੁਝ ਵੀ ਨਹੀਂ ਹੈਗਾ। ਇਹ ਸਿਰਫ ਤੇ ਸਿਰਫ ਹਾਂਜੀ ਇਹ ਸਾਡੇ ਆਏ ਆ ਜੀ, ਸਾਡੀ ਪਾਰਟੀ ਨਾਲ ਸੰਬੰਧਿਤ ਆ, ਆਪਣੇ ਬੰਦੇ ਇਹਨਾਂ ਨੂੰ ਦੇ ਦਿਓ, ਦੇ ਦਿੱਤੇ ਗਏ। ਵੈਸੇ ਹੁਣ ਲੱਗਦਾ ਕੋਈ ਇਨਸਾਫ ਮਿਲੂਗਾ ਇਸ ਚੀਜ਼ ਦੇ ਵਿੱਚ? ਜੋ ਤੁਹਾਡੇ ਨਾਲ ਧੱਕਾ ਹੋਇਆ, ਜੋ ਉਸ ਵੇਲੇ ਸਾਰਾ ਕੁਝ ਹੋਇਆ ਵਾਪਰਿਆ ਦਰਬਾਰ ਸਾਹਿਬ ਦੇ ਵਿੱਚ, ਇੰਨਾ ਕੁਝ ਹੋ ਰਿਹਾ, ਤੇ ਤੁਹਾਨੂੰ ਲੱਗਦਾ ਕਿ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ? ਦੇਖੋ ਜੀ, ਇਹਨਾਂ ਦੀ ਫਿਸਰਤ ਆ ਵੀ ਕੁੱਟੋ, ਮਾਰੋ, ਭਜਾਓ ਤੇ ਬਦਨਾਮ ਕਰੋ। ਉਹ ਵੀ ਬਦਨਾਮ ਕਰਨ ਨੂੰ ਰੱਖਿਆ ਹੋਇਆ। ਬਾਬਾ ਬਾਦਲ ਬਾਬਾ ਬਦਨਾਮ, ਇਹ ਸਾਰੇ ਬੱਬੇ ਇਕੱਠੇ ਹੋਏ ਆ। ਤੇ ਇਦਾਂ ਨਹੀਂ ਜੇ ਹੁਣੀ, ਹੁਣ ਸਾਡੀ ਅਰਦਾਸ ਹੋ ਗਈ ਆ ਪੂਰੀ। ਅਸੀਂ ਸਰੀਰ ਕਰਤਾ ਸੀ ਨਰੈਣੂ ਦੇ ਗੁੰਡਿਆਂ ਦੇ ਹਵਾਲੇ, ਮਾਰ ਦਿੰਦੇ ਤੇ ਗੱਲ ਮੁੱਕ ਜਾਂਦੀ। ਹੁਣ ਜੀਂਦੇ ਆ, ਹੁਣ ਫਿਰ ਤਲਵਾਰ ਵੀ ਆ ਸਾਡੇ ਕੋਲ, ਮੋਰਚਾ ਵੀ ਜਾਰੀ ਰਹੂਗਾ। ਹੁਣ ਜੇ ਅੱਗੇ ਆਉਣਗੇ ਤੇ ਸਿਰ ਲਵਾ ਕੇ ਵੀ ਜਾਣਗੇ। ਸੋ ਇਹ ਸਨ ਸਤਿਕਾਰ ਕਮੇਟੀ ਤੋਂ ਆਗੂ ਸੁਖਜੀਤ ਸਿੰਘ ਖੋਸੇ, ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਬਦਸਲੂਕੀ ਹੋਈ ਹੈ ਦਰਬਾਰ ਸਾਹਿਬ ਦੇ ਵਿੱਚ, ਜੋ ਕੁਝ ਹੋਇਆ ਵਾਪਰਿਆ, ਅਸੀਂ ਉਸ ਦੀ ਨਿੰਦਾ ਕਰਦੇ ਤੇ ਨਾਲ ਦੀ ਨਾਲ ਅੱਜ DGP ਸਾਹਿਬ ਤੋਂ ਇਨਸਾਫ ਮੰਗਣ ਪਹੁੰਚੇ ਸੀ, ਕੰਪਲੇਂਟ ਦਰਜ ਕਰਵਾਈ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਅਗਲਾ ਮੋੜ ਕੀ ਆਉਂਦਾ, ਕਿਉਂਕਿ 328 ਸਰੂਪਾਂ ਦਾ ਲਗਾਤਾਰ ਹਿਸਾਬ ਮੰਗਿਆ ਜਾ ਰਿਹਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਸਾਬ ਦੇਣ ਦੀ ਬਜਾਏ ਵੱਖ-ਵੱਖ ਲਾਰੇ ਲਗਾ ਰਹੀ ਹੈ, ਵੱਖ-ਵੱਖ ਭੇਦ ਹੋਰ ਕੱਢ ਕੇ ਲਿਆ ਰਹੀ ਹੈ। ਪਰ ਇਸ ਵੇਲੇ ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ 328 ਸਰੂਪਾਂ ਦਾ ਵੇਰਵਾ ਕਿਉਂ ਨਹੀਂ ਦਿੱਤਾ ਜਾ ਰਿਹਾ? ਜੇ 450 ਸਰੂਪ ਜਿਹੜੇ ਨੇ ਉਹ ਵਿਦੇਸ਼ ਦੀ ਧਰਤੀ ਤੇ ਜਾ ਕੇ ਖਰਾਬ ਹੋ ਜਾਂਦੇ ਨੇ ਤਾਂ ਉਸ ਦਾ ਜ਼ਿੰਮੇਵਾਰ ਕੌਣ ਆ? ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਇਹਨਾਂ ਤੋਂ ਬਿਨਾਂ ਬਚਿਆ ਨਹੀਂ ਜਾ ਸਕਦਾ। ਫਿਲਹਾਲ ਤੁਹਾਡਾ ਇਸ ਬਾਰੇ ਕੀ ਸੋਚਣਾ? ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।